3 ਅਕਤੂਬਰ 2019 ਦੀਆਂ ਅਖਬਾਰਾਂ ਵਿੱਚ ਦੇਸ਼ ਭਰ ਦੀਆਂ ਅਖਬਾਰਾਂ ਵਿੱਚ ਆਰਐਸਐਸ ਸਰਸੰਘ ਚਾਲਕ मोहन भागवत जी ने ऐलान करता, घोषणा करती भी इंडिया हिंदू राष्ट्र है, भारत हिंदू राष्ट्र है, ये नहीं बदल सकते। पर एक बड़ी वड्डी गल सामने आउंदी है, सड़कों ते डिलीवरी होनी, हस्पतालों ने गेट नहीं खोले, पैरों के विच चप्पलां नहीं, बोतलां जिहड़ियां असीं वड्ड वड्ड के उन्हां चप्पलां बनाईयां, खाण नूं कुछ है नहीं, पीण नूं पानी नहीं, वो लोग सड़कों ते जा रहे हैं, वो कौन सन? अंग्रेज़ां ने किसी मंदिर नूं कुछ नहीं कहा, किसी मसीत नूं कुछ नहीं कहा, उन्होंने हरमंदर साहब नूं कब्जे च क्यों लिया? सिखां नूं छड्ड दिओ, मुसलमानां नूं नफरत करदे आ, सिखां नूं नफरत करदे आ, जैनियां ते बौद्धियां नूं खा के हड़प कर गए। अकाल चैनल देख रहे देश विदेश के सारे ही दर्शकों का निੱਘਾ स्वागत। मैं हाँ जगमीत सिंह। जिवें तुहानूं पता ही है कि करोना वायरस जदों ਭਾਰਤ ਦੇ ਵਿੱਚ ਪੈਰ ਪਾਉਂਦਾ ਹੈ ਤਾਂ ਬਹੁਤ ਜ਼ਿਆਦਾ ਧੜਥੱਲੀ ਜਿਹੜੀ ਉਹ ਮੱਚ ਜਾਂਦੀ ਹੈ। ਪੰਜਾਬ ਦੇ ਵਿੱਚ ਵੀ ਮੱਚੀ ਸੀ। ਇਸੇ ਤਰ੍ਹਾਂ ਭਾਰਤ ਸਰਕਾਰ ਵੱਲੋਂ ਜਿਹੜੇ ਕੰਮਕਾਜ ਸਨ ਉੱਥੇ ਹੀ ਰੋਕ ਦਿੱਤੇ ਗਏ। ਜਿਹੜੇ ਖਾਸ ਕਰਕੇ ਆਵਾਜਾਈ ਦੇ ਸਾਧਨ ਸਨ, ਚਾਹੇ ਜਹਾਜ਼ ਹੋਣ, ਚਾਹੇ ਟ੍ਰੇਨਾਂ ਹੋਣ, ਚਾਹੇ ਬੱਸਾਂ ਹੋਣ, ਜਿੱਥੇ ਯਾਤਰੀ ਫਸੇ ਸਨ ਉੱਥੇ ਹੀ ਫਸੇ ਰਹਿ ਗਏ, ਪਰ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ। ਜਿਨ੍ਹਾਂ ਦੇ ਉਹ ਕੰਮ ਕਰਦੇ ਸਨ ਉਹਨਾਂ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਉਹ ਕੌਣ ਸਨ, ਕਿੱਥੇ ਕੰਮ ਕਰਦੇ ਸਨ, ਉਹਨਾਂ ਦੀ ਸਾਰ ਕਿਉਂ ਨਹੀਂ ਲਈ ਉਹਨਾਂ ਲੋਕਾਂ ਨੇ? ਉਹ ਕਿਹੜੀ ਪਾਰਟੀ ਨਾਲ ਸੰਬੰਧਿਤ ਲੋਕ ਸਨ ਜਿਨ੍ਹਾਂ ਦੇ ਉਹ ਜ਼ਿਆਦਾਤਰ ਕੰਮ ਕਰਦੇ ਸਨ? ਸਾਡੇ ਨਾਲ ਨੇ ਸਵਰਨਜੀਤ ਸਿੰਘ, ਜਿਹੜੇ ਅਕਸਰ ਹੀ ਜੋ ਸਰਕਾਰਾਂ ਸਹੀ ਕਰਦੀਆਂ ਜਾਂ ਗਲਤ ਕਰਦੀਆਂ ਉਹਨਾਂ ਦੇ ਵਿਚਾਰ ਚਰਚਾ ਕਰਦੇ ਰਹਿੰਦੇ ਨੇ। ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਜੀ, ਬਹੁਤ ਬਹੁਤ ਸਵਾਗਤ ਅਕਾਲ ਚੈਨਲ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ। ਸਵਰਨਜੀਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਹੈ ਕਿ ਸਭ ਤੋਂ ਜ਼ਿਆਦਾ ਧੱਕਾ ਕਿਹਨਾਂ ਨਾਲ ਹੋਇਆ? ਜਿਵੇਂ ਜਦੋਂ ਕਰੋਨਾ ਵਾਇਰਸ ਆਉਂਦਾ ਹੈ, ਉਹ ਕੌਣ ਲੋਕ ਸਨ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਧੱਕਾ ਹੁੰਦਾ ਤੇ ਜਿਨ੍ਹਾਂ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ? ਇਸ ਤਰ੍ਹਾਂ ਜਗਮੀਤ ਸਿੰਘ ਜੀ, ਵੀ ਇਹ ਸਾਰੇ ਦੇਸ਼ ਨੂੰ ਪਤਾ ਹੈ ਕਿ ਰਾਤੋਂ ਰਾਤ ਫੈਸਲਾ ਕਰਕੇ ਕੇਂਦਰ ਸਰਕਾਰ ਨੇ, ਪ੍ਰਧਾਨ ਮੰਤਰੀ ਜੀ ਨੇ 24/3/2020 ਨੂੰ ਪਹਿਲਾ ਜਿਹੜਾ ਲਾਕਡਾਊਨ ਸੀਗਾ ਉਹ ਘੋਸ਼ਿਤ ਕਰ ਦਿੱਤਾ, ਜਿਹਦੇ ਨਾਲ ਸਾਰੀ ਜ਼ਿੰਦਗੀ, ਸਾਰਾ ਧੜਕ ਰਿਹਾ ਇੰਡੀਆ ਇੱਕਦਮ ਉਹ ਖੜੋਤ ਵਿੱਚ ਆ ਗਿਆ, ਡੈਡ ਹੋ ਗਿਆ। ਕੋਈ ਆਪਣੇ ਧੰਦੇ ਦੇ ਲਈ, ਬਿਜ਼ਨਸ ਲਈ ਕਿਤੇ ਗਿਆ ਹੋਇਆ ਸੀ, ਉੱਥੇ ਫਸ ਗਿਆ। ਕੋਈ ਹਵਾਈ ਅੱਡੇ 'ਤੇ ਫਸ ਗਿਆ, ਕੋਈ ਰੇਲਵੇ ਸਟੇਸ਼ਨ 'ਤੇ ਫਸ ਗਿਆ, ਕੋਈ ਬੱਸ ਸਟੈਂਡ 'ਤੇ ਫਸ ਗਿਆ। ਜਿਸ ਤਰ੍ਹਾਂ ਕਿ ਸਿੱਖ ਸੰਗਤ ਨੰਦੇੜ ਹਜ਼ੂਰ ਸਾਹਿਬ ਗਈ ਹੋਈ ਸੀ, ਉਹ ਉੱਥੇ ਫਸ ਗਏ। ਅਤੇ ਮਾਹੌਲ ਕਰਫਿਊ ਨਾਲੋਂ ਵੀ ਬਦਤਰ ਜਿਹੜਾ ਸੀ ਉਹ ਸਾਰੇ ਸਮੁੱਚੇ ਦੇਸ਼ ਵਿੱਚ ਹੋ ਗਿਆ। ਚਲੋ ਕੁਛ ਤਾਂ ਕੁਛ ਸਰਕਾਰ ਨੇ ਕੁਝ ਸੋਚ ਕੇ ਇਹ ਕਦਮ ਉਠਾਇਆ ਹੋਵੇਗਾ, ਪਰ ਡਾਟਾ ਜੋ ਅਥੈਂਟੀਕੇਟਡ ਹੈ ਉਹ ਇਹ ਦੱਸਦਾ ਹੈ ਕਿ ਜਿਸ ਦਿਨ ਪਹਿਲਾ ਲਾਕਡਾਊਨ ਹੋਇਆ ਉਸ ਦਿਨ ਦੇਸ਼ ਭਰ ਵਿੱਚ ਸਿਰਫ 500 ਕਰੋਨਾ ਦੇ ਮਰੀਜ਼ ਸਨ ਅਤੇ ਕੋਈ 4 ਜਾਂ 5 ਮੌਤਾਂ ਦੱਸੀਆਂ ਗਈਆਂ। ਹੁਣ ਜਦੋਂ ਲੇਟੈਸਟ ਲਾਕਡਾਊਨ ਖੋਲ੍ਹਿਆ ਗਿਆ ਵਿਦ ਲਿਮਿਟਸ, ਕੁਝ ਸ਼ਰਤਾਂ ਦੇ ਨਾਲ, ਤਾਂ 1 ਲੱਖ ਤੋਂ ਉੱਤੇ ਟੱਪ ਚੁੱਕੀ ਹੈ ਕਰੋਨਾ ਪੇਸ਼ੈਂਟਸ ਇੰਡੀਆ ਭਰ ਵਿੱਚ, ਅਤੇ 5,500 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਨੇ। एक कॉमन सेंस ये सवाल है, हर शहरी नूं चिंता है कि फिर ये जिहड़ा बिना दसे पुछे, बिना किसी विजन तो, बिना कोई पुख्ता इंतजामात कीतियां ते बिना खास करके जिहड़े सवेरे आपदी रोटी रोज़ी लई घरों निकलदे सी, दिहाड़ी ते आटो वाले, रिक्शा वाले, कंस्ट्रक्शन लेबर, कंट्रैक्ट लेबर, दाणा मंडियां दी लेबर, सब्जी मंडियां दी लेबर, होर ਆਪਾਂ ਅਕਸਰ ਦੇਖਦੇ ਹਾਂ ਸ਼ਹਿਰਾਂ ਦੇ ਵਿੱਚ ਇੱਕ ਪਿੰਨ ਪੁਆਇੰਟ ਖਾਸ ਥਾਂ ਬਣੀ ਹੁੰਦੀ ਹੈ ਅਤੇ ਉੱਥੇ ਸੈਂਕੜਾ ਡੇਲੀ ਜਿਹੜੇ ਵੇਜਿਸ ਦੇ ਵਰਕਰ ਹੈ, ਲੇਬਰਰ ਨੇ, ਮਜ਼ਦੂਰ ਆ, ਉੱਥੇ ਖਲੋਂਦੇ ਨੇ ਆ ਕੇ, ਅਤੇ ਜਿਹੜੇ ਨੇ ਠੇਕੇਦਾਰਾਂ ਨੇ ਜਾਂ ਲੋਕਾਂ ਨੇ ਆਪਣੇ ਧੰਦਿਆਂ ਲਈ, ਆਪਣੇ ਕੰਮਾਂ ਲਈ ਉਹਨਾਂ ਨੂੰ ਲਿਜਾਣਾ ਹੁੰਦਾ ਅਤੇ ਉਹ ਲੈ ਕੇ ਜਾਂਦੇ ਆ। ਉਹ ਸਾਰਾ ਕੁਝ ਡੈਡ ਹੋ ਗਿਆ ਅਤੇ ਹਾਲਾਤ ਇਹ ਬਣੀ ਬਈ
3 ਅਕਤੂਬਰ 2019 ਦੀਆਂ ਅਖਬਾਰਾਂ ਵਿੱਚ, ਦੇਸ਼ ਭਰ ਦੀਆਂ ਅਖਬਾਰਾਂ ਵਿੱਚ ਆਰਐਸਐਸ ਸਰਸੰਘ ਚਾਲਕ ਮੋਹਨ ਭਗਵਤ ਜੀ ਨੇ ਐਲਾਨ ਕਰਤਾ, ਘੋਸ਼ਣਾ ਕਰਤੀ ਵੀ ਇੰਡੀਆ ਹਿੰਦੂ ਰਾਸ਼ਟਰ ਹੈ। ਹੋਰ ਬਾਕੀ ਸਭ ਤਰ੍ਹਾਂ ਦੇ ਖਿਆਲ, ਸਭ ਤਰ੍ਹਾਂ ਦੀ ਸੋਚ, ਸਭ ਤਰ੍ਹਾਂ ਦੀਆਂ ਵਿਚਾਰਧਾਰਾਂ ਅਸੀਂ ਬਦਲ ਸਕਦੇ ਹਾਂ, ਭਾਰਤ ਹਿੰਦੂ ਰਾਸ਼ਟਰ ਹੈ ਇਹ ਨਹੀਂ ਬਦਲ ਸਕਦੇ ਜੀ। ਉਹ ਜੇਕਰ ਗੱਲ ਕਰੀਏ, ਉਹ ਲੋਕ ਜ਼ਿਆਦਾਤਰ ਹਿੰਦੂ ਨਾਲ ਹੀ ਜੁੜੇ ਹੋਏ, ਤਬਕੇ ਨਾਲ ਜੁੜੇ ਹੋਏ ਸਨ, ਜਿਹੜੇ ਸੜਕਾਂ ਤੇ ਨਜ਼ਰ ਆਏ, ਕਿਉਂਕਿ ਉਹਨਾਂ ਨਾਲ ਸਭ ਤੋਂ ਜ਼ਿਆਦਾ ਧੱਕਾ ਹੋਇਆ। ਕਾਰਨ ਕੀ ਹੈ? ਉਹਨਾਂ ਨਾਲ ਹੀ ਧੱਕਾ, ਉਹ ਜ਼ਿਆਦਾ ਮਗਰ ਇਹਨਾਂ ਦੇ ਜਦੋਂ ਕੋਈ ਗੱਲ ਹੁੰਦੀ ਹੈ, ਹਿੰਦੂ ਹਮਾਰਾ ਦੇ ਰਾਸ਼ਟਰਵਾਦ ਹੈ, ਜੇ ਬੜੇ ਵੱਡੇ ਨਾਅਰੇ ਲਾ ਦਿੰਦੇ ਨੇ ਕਿ ਮੋਦੀ ਭਗਤ ਜੈ, ਇੱਦਾਂ ਦੇ ਬਹੁਤ ਜਿਹੜੇ ਸਾਰੇ ਨਾਅਰੇ ਉਹਨਾਂ ਦੇ ਚੱਲਦੇ ਨੇ, ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਉਹਨਾਂ ਨਾਲ ਆਪਦਿਆਂ ਨੇ ਧੱਕਾ ਹੋ ਗਿਆ? ਇਹ ਸਮਾਂ ਬੜਾ ਬਲਵਾਨ ਹੈ ਤੇ ਇਹ ਸਮੇਂ ਨੇ ਹੀ ਦੱਸਣਾ ਸੀ ਵੀ ਜਿਸ ਤਰ੍ਹਾਂ 1947 ਵਿੱਚ ਧਰਮ, ਰਿਲੀਜਨ, ਮਜ਼ਹਬ ਦੇ ਨਾਂ ਤੇ ਪਾਕਿਸਤਾਨ ਬਣਿਆ ਤੇ ਲੱਖਾਂ ਕਤਲਾਮ ਹੋਈ, ਕਰੋੜਾਂ ਅਰਬਾਂ ਦੀ ਪ੍ਰਾਪਰਟੀ ਦਾ ਨਾਸ ਹੋਇਆ ਤੇ ਲੱਖਾਂ ਅਬਲਾਵਾਂ ਬੇਪਤ ਹੋਈਆਂ, ਤੇ ਅੱਜ ਉਹ ਜਿਹੜਾ ਪਾਕਿਸਤਾਨ ਹੈ ਮਜ਼ਹਬ ਦੇ ਨਾਂ ਤੇ ਬਣਿਆ, ਉਹਦਾ ਸਾਡੇ ਨਾਲੋਂ ਵੀ ਕਿਤੇ ਬੁਰਾ ਹਾਲ ਹੈ। ਸਾਡਾ 100 ਰੁਪਈਆ ਤੇ ਉਹਨਾਂ ਦਾ 200 ਰੁਪਈਆ ਮਿਲ ਜਾਂਦਾ ਹੈ। ਇੱਕ ਹੋਰ ਬੜੀ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਅਜਿਹਾ ਕੁਝ ਹੋਇਆ, ਸੜਕਾਂ ਤੇ ਲੋਕ ਨਿਕਲ ਪਏ, ਆਪਾਂ ਉਹਦੇ ਘਰ ਜਾਣ ਦੀ ਤਾਕ ਰੇਕ ਦੇ ਵਿੱਚ ਸੀ, ਕਿਵੇਂ ਜੇ ਕਿ ਮੇਰਾ ਡਰਾਇਆ ਹੀ ਇੰਨਾ ਗਿਆ ਸੀ। ਉਹ ਕਹਿੰਦੇ ਸੀ ਕਿ ਜੇਕਰ ਸਾਡੀ ਡੈਥ ਹੁੰਦੀ ਤਾਂ ਸਾਡੇ ਘਰ ਦੇ ਵਿੱਚ ਹੋਏ, ਸਾਡਾ ਪਰਿਵਾਰ ਜਿਹੜਾ ਉਹ ਪਾਲ ਸਕੇ। ਪਰ ਇੱਕ ਬੜੀ ਵੱਡੀ ਗੱਲ ਸਾਹਮਣੇ ਆਉਂਦੀ ਹੈ, ਸੜਕਾਂ ਤੇ ਡਿਲੀਵਰੀ ਹੋਣੀ, ਹਸਪਤਾਲਾਂ ਨੇ ਗੇਟ ਨਹੀਂ ਖੋਲ੍ਹੇ, ਪੈਰਾਂ ਦੇ ਵਿੱਚ ਚੱਪਲਾਂ ਨਹੀਂ, ਬੋਤਲਾਂ ਜਿਹੜੀਆਂ ਸੀ ਵੱਢ ਕੇ ਉਹਨਾਂ ਚੱਪਲਾਂ ਬਣਾਈਆਂ, ਖਾਣ ਨੂੰ ਕੁਝ ਹੈ ਨਹੀਂ, ਪੀਣ ਨੂੰ ਪਾਣੀ ਨਹੀਂ, ਉਹ ਲੋਕ ਸੜਕਾਂ ਤੇ ਜਾ ਰਹੇ ਨੇ, ਉਹ ਕੌਣ ਸਨ? ਇਹੀ ਸਵਾਲ ਕੁਦਰਤ ਨੇ ਤੇ ਸਮੇਂ ਦੀ ਚਾਲ ਨੇ ਆਰਐਸਐਸ, ਬੀਜੇਪੀ ਤੇ ਇਹ ਜਿਹੜੇ ਐਸੈਂਟਰਿਕ ਲੋਕ ਨੇ, ਅਨਾਰਕਿਸਟ ਲੋਕ ਨੇ, ਫਾਸਿਸਟ ਲੋਕ ਨੇ, ਜਿਹੜੇ ਸੰਵਿਧਾਨ ਨੂੰ ਕੁਝ ਨਹੀਂ ਸਮਝਦੇ। ਭਾਰਤ ਹਿੰਦੂ ਰਾਸ਼ਟਰ ਹੈ ਅਤੇ ਇਹ ਬਦਲ ਨਹੀਂ ਸਕਦਾ। ਇਹ ਸ਼ਰੇਆਮ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣਾ ਹੈ, ਕਾਇਦੇ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਹੈ। ਚਲੋ ਭਾਈ, ਤੁਹਾਡੇ ਕੋਲ ਅੱਜ ਰਾਜਸੀ ਸੱਤਾ ਹੈ ਤੇ ਤੁਸੀਂ ਚੰਮਦੀਆਂ ਚਲਾ ਰਹੇ ਹੋ, ਠੀਕ ਹੈ। ਰੰਗਜੇਬ ਵੀ ਚੰਮਦੀਆਂ ਚਲਾਉਂਦਾ ਸੀ, ਰਿਹਾ ਤਾਂ ਉਹ ਵੀ ਨਹੀਂ। ਫਰਕਸੀਰ ਵੀ ਚੰਮਦੀਆਂ ਚਲਾਉਂਦਾ ਸੀ, ਮੀਰ ਮੰਨੂ ਵੀ ਚੰਮਦੀਆਂ ਚਲਾਉਂਦਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਹਨਾਂ ਸਮਿਆਂ 'ਚ, ਫਿਰ ਹਿੰਦੂਆਂ ਦੇ ਸਿਰਾਂ ਦੇ ਮੁੱਲ ਤਾਂ ਨਹੀਂ ਪਏ। ਇਹ ਕਹਿੰਦੇ ਆ ਜੀ ਸਿੱਖ ਤਾਂ ਹਿੰਦੂ ਹੀ ਨੇ ਜੀ, ਸਿੱਖ ਤਾਂ ਹਿੰਦੂਆਂ 'ਚੋਂ ਨਿਕਲੇ ਨੇ। ਜੇ ਸਿੱਖ ਤੇ ਹਿੰਦੂ ਇੱਕ ਬਰਾਬਰ ਸੀ, ਫਿਰ ਮੀਰ ਮੰਨੂ ਨੇ, ਫਰਕਸੀਅਰ ਨੇ, ਫਿਰ ਹਿੰਦੂਆਂ ਦੇ ਸਿਰਾਂ ਦੇ ਮੁੱਲ ਵੀ ਪਾਉਣੇ ਸੀ ਫਿਰ ਸਿੱਖਾਂ ਦੇ ਨਾਲ। ਫਿਰ ਸਿੱਖਾਂ ਦੇ ਇਕੱਲੇ ਕਿਉਂ ਮੁੱਲ ਪੈਂਦੇ ਸੀ? ਅੰਗਰੇਜ਼ਾਂ ਨੇ ਕਿਸੇ ਮੰਦਰ ਨੂੰ ਕੁਝ ਨਹੀਂ ਕਿਹਾ, ਕਿਸੇ ਮਸੀਤ ਨੂੰ ਕੁਝ ਨਹੀਂ ਕਿਹਾ। ਉਹਨਾਂ ਨੇ ਹਰਮੰਦਰ ਸਾਹਿਬ ਨੂੰ ਕਬਜ਼ੇ 'ਚ ਕਿਉਂ ਲਿਆ? ਨਨਕਾਣਾ ਸਾਹਿਬ ਨੂੰ ਕਬਜ਼ੇ 'ਚ ਕਿਉਂ ਲਿਆ? ਜਿੰਨੇ ਵੀ ਸਾਡੇ ਕੇਂਦਰੀ ਗੁਰਦੁਆਰਾ ਸਾਹਿਬਾਨ ਸਨ, ਅੰਗਰੇਜ਼ਾਂ ਨੇ ਆਪਣੇ ਪਾਲਤੂ ਜਿਹੜੇ ਮਹੰਤ ਸੀ ਉਹ ਉੱਥੇ ਕਿਉਂ ਬਿਠਾਏ? ਉਹਨਾਂ ਨੂੰ ਪਤਾ ਸੀ ਵੀ ਜੇ ਕੋਈ ਬੋਲ ਸਕਦਾ ਹੈ, ਜੇ ਕੋਈ ਹੱਕ, ਸੱਚ, ਇਨਸਾਫ ਤੇ ਅੜ ਸਕਦਾ ਹੈ, ਜੇ ਕੋਈ ਜ਼ੁਲਮ ਦਾ ਟਾਕਰਾ ਕਰ ਸਕਦਾ ਹੈ, ਜੇ ਕੋਈ ਉੱਠ ਸਕਦਾ ਹੈ, ਜੇ ਕੋਈ ਕ੍ਰਾਂਤੀ ਕਰ ਸਕਦਾ ਹੈ, ਤਾਂ ਉਹ ਸਿਰਫ ਅਤੇ ਸਿਰਫ ਸਿੱਖ ਨੇ। ਤੇ ਸਿੱਖਾਂ ਨੂੰ ਹੈਂਡਲ ਕਰਨ ਲਈ ਉਹਨਾਂ ਨੇ ਫਿਰ ਸਿੱਖਾਂ ਨੂੰ ਚਾਬੀਆਂ ਦਾ ਮੋਰਚਾ ਲਾਉਣਾ ਪਿਆ, ਨਨਕਾਣਾ ਸਾਹਿਬ ਦਾ ਮੋਰਚਾ ਲਾਉਣਾ ਪਿਆ। ਫਿਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵਿੱਚੋਂ ਨਿਕਲੀ। ਆਪਾਂ ਮੇਨ ਮੁੱਦੇ ਤੇ ਆਈਏ ਵੀ ਜੋ ਇਹ ਕਹਿ ਰਹੇ ਆ, ਦੀਦਾ ਦਨਿਸਤਾ ਕਹਿ ਰਹੇ ਆ, ਬੰਚ ਆਫ ਥਾਟਸ ਦੇ ਵਿੱਚ ਕਹਿ ਰਹੇ ਆ। ਆਰਐਸਐਸ ਦੀ ਜਿਹੜੀ ਮਾਧਵ ਸਦਾ ਸ਼ਿਵ ਗੋਲਵਰਕਰ ਦੀਆਂ 2 ਕਿਤਾਬਾਂ ਨੇ, ਬੰਚ ਆਫ ਥਾਟਸ ਤੇ ਵੀ ਆਰ ਆਵਰ ਨੇਸ਼ਨਹੁੱਡ ਡਿਫਾਈਨਡ, ਉਹੀ ਇਹਨਾਂ ਦਾ ਅਸਲ ਸੰਵਿਧਾਨ ਹੈ। ਤੇ ਉਹ ਸ਼ਰੇਆਮ ਉਹਦੇ ਵਿੱਚ ਮਾਧਵ ਸਦਾ ਸ਼ਿਵ ਗੋਲਵਲਕਰ ਇਹ ਲਿਖਦਾ ਹੈ। ਉਹ ਕਿਤਾਬਾਂ ਮੇਰੇ ਕੋਲ ਮੌਜੂਦ ਨੇ, ਮੈਂ ਦਿਖਾ ਸਕਦਾ, ਪੰਨਾ ਨੰਬਰ ਦੇ ਸਕਦਾ ਹਾਂ, ਰਿਟਨ ਬਾਈ ਮਾਧਵ ਸਦਾ ਸ਼ਿਵ ਗੋਲਵਲਕਰ। ਉਹ ਕਹਿੰਦਾ ਵੀ ਈਸਾਈ ਤੇ ਮੁਸਲਮਾਨ ਅਸੀਂ ਨਹੀਂ ਰਹਿਣ ਦੇਣੇ, ਇਹ ਸਾਡੇ ਕੁਛ ਨਹੀਂ ਲੱਗਦੇ, ਇਹ ਸਾਡੇ ਦੁਸ਼ਮਣ ਨੇ। ਤੇ ਸਿੱਖ ਤਾਂ ਸਿੱਖ ਹੈ ਹੀ ਨਹੀਂ। ਇਹ ਤਾਂ ਹੁਣ ਜਿਹੜੀ ਲੇਟੈਸਟ 9/11/2019 ਨੂੰ ਬਾਬਰੀ ਮਸਜਿਦ ਦਾ ਫੈਸਲਾ ਮੰਦਰ ਦੇ ਹੱਕ 'ਚ ਕਰਵਾਇਆ ਗਿਆ ਹੈ। ਗਗੋਈ ਚੀਫ ਜਸਟਿਸ ਆਫ ਇੰਡੀਆ ਨੂੰ ਖਰੀਦ ਕੇ ਤੇ ਇਹਨੂੰ ਸੁਪਰੀਮ ਕੋਰਟ ਨੂੰ ਧੌਣ ਤੇ ਗੋਡਾ ਦੇ ਕੇ ਸੁਪਰੀਮ ਕੋਰਟ ਦੀ ਦੇ ਉੱਤੇ ਜਿਹੜਾ ਫੈਸਲਾ ਕਰਾਇਆ, ਉਹਦੇ ਸਿੱਖੀਜ਼ਮ ਨੂੰ, ਸਿੱਖਾਂ ਨੂੰ ਕਲਟ ਲਿਖਿਆ ਵੀ ਸਿੱਖ ਤਾਂ ਕਲਟ ਨੇ ਜੀ। ਇੱਕ ਰਜਿੰਦਰ ਸਿੰਘ ਦੀ ਗਵਾਹੀ ਭੁਗਤਾ ਕੇ ਤੇ ਸਿੱਖਾਂ ਨੂੰ ਕਲਟ ਸ਼ੋਅ ਕਰਤਾ ਜੀ। ਜੇਕਰ ਗੱਲ ਕਰੀਏ ਆਪਾਂ ਹੁਣ ਭਾਰਤ ਸਰਕਾਰ ਦੀ,
ਭਾਰਤ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਭਾਜਪਾ ਦੀ ਹੈ ਤੇ ਭਾਜਪਾ ਇੱਕ ਉਹ ਪਾਰਟੀ ਹੈ ਜਿਹੜੀ ਸਭ ਤੋਂ ਦੁਨੀਆ ਦੀ ਵੱਡੀ ਪਾਰਟੀ ਹੈ ਤੇ ਦੁਨੀਆ ਦੀ ਅਮੀਰ ਪਾਰਟੀ ਹੈ, ਪਰ ਫਿਰ ਵੀ ਇਹਨਾਂ ਸਾਰ ਨਹੀਂ ਲਈ। ਉਹ ਇਹਨਾਂ ਦੇ ਗੁਣ ਹੀ ਗਾਉਂਦੇ ਨੇ ਜਿਨ੍ਹਾਂ ਨਾਲ ਧੱਕਾ ਹੋਇਆ। ਦੇਖੋ ਇਹੀ ਤਾਂ ਮੈਂ ਸਮਾਂ ਬੜਾ ਬਲਵਾਨ ਹੈ ਵੀ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਤੇ ਉਹ ਹੈੱਡ ਜਿਹੜਾ ਸੀਗਾ ਡੀਸੀਪੀ ਡਿਪਟੀ ਕਮਿਸ਼ਨਰ ਪੁਲਿਸ ਦਿੱਲੀ, ਉਹ ਉਸ ਪ੍ਰੋਸੈਸ਼ਨ ਦਾ ਹੈੱਡ ਸੀਗਾ, ਉਹਦੀ ਉਹ ਅਗਵਾਈ ਕਰ ਰਿਹਾ ਸੀ ਤੇ ਮਗਰ ਸੈਂਕੜੇ ਦਿੱਲੀ ਪੁਲਿਸ ਦੀਆਂ ਕਾਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕੀਤੀ, ਹੂਟਰ ਵਜਾ ਕੇ ਸਲੂਟ ਕੀਤਾ। ਦਿੱਲੀ 'ਚ ਮੰਦਿਰ ਵੀ ਬਹੁਤ ਨੇ, ਦਿੱਲੀ 'ਚ ਚਰਚ ਵੀ ਬਹੁਤ ਨੇ, ਦਿੱਲੀ 'ਚ ਮਸੀਤਾਂ ਵੀ ਬਹੁਤ ਨੇ। ਦਿੱਲੀ ਪੁਲਿਸ ਨੂੰ ਕੀ ਹੇਜ ਆ ਗਿਆ ਕਿ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰਦੁਆਰਾ ਸਾਹਿਬ ਨੂੰ ਸਲੂਟ ਕੀਤਾ, ਸਿੱਖਾਂ ਨੂੰ ਸਲੂਟ ਕੀਤਾ। ਜਦੋਂ ਕਿ ਤੁਹਾਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਸਾਰੇ ਦੇਸ਼ ਨੂੰ ਕਿ ਕੁਝ ਮਹੀਨੇ ਪਹਿਲਾਂ ਪਿਓ ਪੁੱਤ ਦਿੱਲੀ ਦੀਆਂ ਸੜਕਾਂ ਤੇ ਕੁੱਟੇ ਸੀ ਅੰਮ੍ਰਿਤਧਾਰੀ ਸਿੱਖ ਸਰਬਜੀਤ ਸਿੰਘ ਆਟੋ ਡਰਾਈਵਰ ਤੇ ਉਹਦਾ ਨਾਬਾਲਗ ਲੜਕਾ 14-15 ਸਾਲ ਦਾ। ਇਹਨਾਂ ਦਿੱਲੀ ਪੁਲਿਸ ਵਾਲਿਆਂ ਨੇ ਇਕੱਠੇ ਹੋ ਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਉਹਦੇ ਤੇ ਤਸ਼ੱਦਦ ਕੀਤਾ ਸੀ ਤੇ ਕਹਿੰਦੇ ਸੀ ਦਿੱਲੀ ਪੁਲਿਸ ਵਾਲੇ यूनिफॉर्म ਦੇ ਵਿੱਚ ਉਦੋਂ ਸੋਸ਼ਲ ਮੀਡੀਆ ਦੇ ਵਿੱਚ ਸਾਰੇ ਦੇਸ਼ ਨੇ ਦੇਖਿਆ ਕਿ ਅਬ ਇनको 1984 याद दिलाना पड़ेगा, क्या 1984 भूल गए। ਸ਼ਰਮ ਕਰਨ ਦੀ ਬਜਾਏ, ਗਰੇਬਾਨ ਵਿੱਚ ਝਾਕਣ ਦੀ ਬਜਾਏ, ਚੱਪਣੀ ਵਿੱਚ ਨੱਕ ਡੋਬ ਕੇ ਮਰਨ ਦੀ ਬਜਾਏ यूनिफॉर्म ਵਿੱਚ ਦਿੱਲੀ ਪੁਲਿਸ ਕਹਿ ਰਹੀ ਸੀ ਕਿ सरदारों को सिखों को 1984 याद दिलाना पड़ेगा, एक बार 1984 करना पड़ेगा। ਹੁਣ ਇਹ ਕਰੋਨਾ ਕੁਦਰਤ ਨੇ ਭੇਜਿਆ ਅਕਾਲ ਪੁਰਖ ਨੇ ਤੇ ਹੁਣ ਉਹੀ ਦਿੱਲੀ ਪੁਲਿਸ ਹੈ ਤੇ ਡਿਪਟੀ ਕਮਿਸ਼ਨਰ ਦਿੱਲੀ ਪੁਲਿਸ ਅੱਗੇ ਲੱਗ ਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰ ਰਿਹਾ ਤੇ ਸਲੂਟ ਕਰ ਰਿਹਾ। ਜਿਹੜੇ ਕੱਲ ਤੱਕ ਕਹਿੰਦੇ ਸੀ ਸਿੱਖ ਅੱਤਵਾਦੀ ਨੇ, ਹੁਣ ਅੱਤਵਾਦੀਆਂ ਨੂੰ ਸਲੂਟ ਕਰ ਰਹੇ ਨੇ। ਸਵਾਲ ਇਹ ਹੈ ਕਿ ਬੀਜੇਪੀ ਇਸ ਵੇਲੇ ਵਿਸ਼ਵ ਭਰ ਵਿੱਚ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ, ਇਹ ਕਹਿੰਦੇ ਆ ਵੀ ਸਭ ਤੋਂ ਵੱਡੀ ਪਾਰਟੀ ਹੈ। ਮੇਰੇ ਕੋਲ ਤਾਂ ਕੋਈ ਬੈਰੋਮੀਟਰ ਹੈ ਨਹੀਂਗਾ ਵੀ ਮੈਂ ਘੋਸ਼ਿਤ ਕਰਦੇ ਆ ਵੀ ਬੀਜੇਪੀ ਸਭ ਤੋਂ ਵੱਡੀ ਹੈ। ਇਹ ਖੁਦ ਕਹਿ ਰਹੇ ਨੇ ਬੀਜੇਪੀ ਵਾਲੇ, ਇਹ ਕਹਿੰਦੇ ਆ ਕਿ ਸਾਡੀ ਦੁਨੀਆ ਭਰ ਵਿੱਚ ਸਭ ਤੋਂ ਵੱਡੀ ਪਾਰਟੀ ਹੈ, ਸਾਡੇ ਕੋਲੇ ਦੁਨੀਆ ਦਾ ਭਰ ਦੀਆਂ ਪੋਲੀਟੀਕਲ ਪਾਰਟੀਆਂ ਨਾਲੋਂ ਸਭ ਤੋਂ ਵੱਡਾ ਕਾਡਰ ਹੈ ਤੇ ਸਾਡੇ ਕੋਲ ਦੁਨੀਆ ਭਰ ਦੀਆਂ ਪੋਲੀਟੀਕਲ ਪਾਰਟੀਆਂ ਦੇ ਨਾਲੋਂ ਜ਼ਿਆਦਾ ਫੰਡਿੰਗ ਹੈ। ਇਹ ਸਭ ਤੋਂ ਇੰਡੀਆ ਦੀ ਸਭ ਤੋਂ ਅਮੀਰ ਪਾਰਟੀ ਹੈ ਤੇ ਦਿੱਲੀ ਵਿੱਚ ਜਿਹੜਾ ਇਹਦਾ ਹੈੱਡਕੁਆਟਰ ਹੈ ਉਹ 7 ਸਟਾਰ ਸਟੇਟਸ ਹੈੱਡਕੁਆਟਰ ਹੈ ਇਹਦਾ। ਪਰੰਤੂ ਦਿੱਲੀ ਦੀਆਂ ਸੜਕਾਂ ਤੇ ਜਿਹੜੇ ਰੋਡ ਰਹੇ, ਜਿਹੜੇ ਪ੍ਰਵਾਸੀ ਮਜ਼ਦੂਰ ਦਿੱਲੀ ਦੀਆਂ ਸੜਕਾਂ ਤੋਂ ਆਪਣੇ ਘਰਾਂ ਨੂੰ ਜਿਨ੍ਹਾਂ ਨੇ ਚਾਲੇ ਪਾ ਲਏ, ਪਹਿਲਾਂ ਤਾਂ ਸਵਾਲ ਪੈਦਾ ਇਹ ਹੁੰਦਾ ਵੀ ਉਹ ਉਹਨਾਂ ਨੇ ਆਪਣੇ ਘਰਾਂ ਵੱਲ ਚਾਲੇ ਪਾਏ ਹੀ ਕਿਉਂ। ਤੇ ਉਦੋਂ ਵੀ ਪਹਿਲਾਂ ਸਵਾਲ ਇਹ ਪੈਦਾ ਹੋ ਸਕਦਾ ਉਹਨਾਂ ਨੂੰ ਕੱਢ ਵੀ ਦਿੱਤਾ ਗਿਆ ਹੋਵੇ। ਉਦੋਂ ਵੀ ਪਹਿਲਾਂ ਇਹ ਸਵਾਲ ਪੈਦਾ ਹੁੰਦਾ ਹੈ ਵੀ ਉਹ ਬਿਹਾਰ ਤੋਂ, ਯੂਪੀ ਤੋਂ, ਦਰਭੰਗਾ ਤੋਂ, ਲਖਨਊ ਤੋਂ, ਛੱਤੀਸਗੜ੍ਹ ਤੋਂ, ਰਾਏਪੁਰ ਤੋਂ, ਉਹ ਦਿੱਲੀ, ਉਹ ਬੰਬੇ, ਉਹ ਮਹਾਰਾਸ਼ਟਰ ਕਿਉਂ ਗਏ ਤੇ ਕੀ ਲੈਣ ਗਏ। 14/8/1947 ਤੋਂ ਲੈ ਕੇ ਅੱਜ ਤੱਕ 73 ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਤੇ 14/8/1947 ਦੀ ਅੱਧੀ ਰਾਤ ਨੂੰ ਜੋਤਸ਼ੀਆਂ ਦੇ ਕਹਿਣ ਤੇ ਜਦੋਂ ਜਵਾਹਰ ਲਾਲ ਨਹਿਰੂ ਨੇ ਪ੍ਰਧਾਨ ਮੰਤਰੀ ਦੀ ਸਹੁੰ ਖਾਧੀ ਤਾਂ ਹਿੰਦੂ ਰਾਸ਼ਟਰ ਦੀ ਨੀਂਹ ਤਾਂ ਉਦੋਂ ਰੱਖਤੀ ਸੀ। ਇਹ ਉਦੋਂ ਹੀ ਹਿੰਦੂ ਰਾਸ਼ਟਰ ਬਣ ਗਿਆ ਸੀ। ਇਹ ਤਾਂ ਪਿਛਲੇ 73 ਸਾਲ ਤੋਂ ਹੀ ਹਿੰਦੂ ਰਾਸ਼ਟਰ ਹੈ। ਫਿਰ ਹਿੰਦੂਆਂ ਦੀ ਦੁਰਦਸ਼ਾ ਹੋਈ ਹੈ ਜਿਹੜੇ ਦਿੱਲੀ 'ਚ ਪੈਦਲ ਘਰਾਂ ਨੂੰ ਚੱਲੇ ਨੇ। ਇੱਕ ਸੂਟਕੇਸ ਦੇ ਉੱਤੇ ਬੱਚਾ ਮੁੱਧਾ ਪਿਆ ਹੋਇਆ ਹੈ ਤੇ ਉਹਦੀ ਮਾਂ ਉਹ ਸੂਟਕੇਸ ਨੂੰ ਰੱਸੀ ਬੰਨ੍ਹ ਕੇ ਤੇ ਉਹ ਖਿੱਚ ਕੇ ਸੜਕ ਤੇ ਜਾ ਰਹੀ ਹੈ। ਇੱਕ ਪਾਸੇ ਬਲਦ ਜੁੱਤਾ ਹੋਇਆ ਤੇ ਦੂਜੇ ਪਾਸੇ ਬੰਦਾ ਜੁੱਤਾ ਹੋਇਆ ਤੇ ਪਿੱਛੇ ਉਹਦਾ ਪਰਿਵਾਰ ਤੇ ਉਹਦੀ ਘਰ ਵਾਲੀ ਬੈਠੀ ਹੈ ਤੇ ਸੜਕ ਤੇ ਉਹ ਜਾ ਰਹੇ ਆ। ਬਲਦ ਦੇ ਨਾਲ ਬੰਦਾ ਖਿੱਚ ਰਿਹਾ ਉਹ ਰੇੜੇ ਨੂੰ। ਇੱਕ 15 ਸਾਲ ਦੀ ਲੜਕੀ ਗੁੜਗਾਉਂ ਤੋਂ, ਜਿਹਨੂੰ ਇਹ ਹੁਣ ਗੁਰੂਗ੍ਰਾਮ ਆਖੀ ਜਾਂਦੇ ਆ, ਉਸ ਤੋਂ ਦਰਭੰਗਾ ਲਈ 1200 ਕਿਲੋਮੀਟਰ ਸਾਈਕਲ ਤੇ ਕੈਰੀਅਰ ਦੇ ਪਿੱਛੇ ਆਪਣਾ ਸਮਾਨ ਵੀ ਰੱਖਿਆ ਹੋਇਆ ਤੇ ਬਾਪ ਵੀ ਉਹਦਾ ਬੈਠਾ ਹੋਇਆ। ਉਹ ਗੁਰੂਗ੍ਰਾਮ ਤੋਂ ਦਰਭੰਗਾ ਪਹੁੰਚਦੀ ਹੈ 1200 ਕਿਲੋਮੀਟਰ। ਕੀ ਲੋੜ ਸੀ ਉਹਨੂੰ ਉੱਥੋਂ, ਪਹਿਲੀ ਗੱਲ ਤਾਂ ਵੀ ਦਰਭੰਗਾ ਤੋਂ ਗੁਰੂਗ੍ਰਾਮ ਆਈ ਕੀ ਲੈਣ, ਉਹਦਾ ਪਿਓ ਕਿਉਂ ਆਇਆ ਜੇ ਉੱਥੇ ਰੋਟੀ ਹੁੰਦੀ। ਇਹਨਾਂ ਨੇ ਫਿਰ ਇਹ ਹਿੰਦੂ ਰਾਸ਼ਟਰ ਤਾਂ ਜਦੋਂ ਜੋਤਸ਼ੀਆਂ ਦੇ ਕਹਿਣ ਤੇ ਮਹੂਰਤ ਕੱਢ ਕੇ 14/8/1947 ਦੀ ਅੱਧੀ ਰਾਤ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਧਾਨ ਮੰਤਰੀ, ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਦੀ ਸਹੁੰ ਖਾ ਲਈ
ਉਸ ਦਿਨ ਹੀ ਹਿੰਦੂ ਰਾਸ਼ਟਰ ਬਣ ਗਿਆ। ਇਹਨਾਂ ਨੇ ਡਿਕਲੇਅਰ ਕਰਤਾ ਵੀ ਅਸੀਂ ਬ੍ਰਾਹਮਣਾਂ ਦੇ ਗੁਲਾਮ ਆ, ਅਸੀਂ ਜੋਤਸ਼ੀਆਂ ਦੇ ਗੁਲਾਮ ਆ, ਸਾਡਾ ਆਪਣਾ ਕੋਈ ਦਿਮਾਗ ਨਹੀਂ। ਜਦੋਂ ਕਿ ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਤੇ ਗਾਂਧੀ ਤਿੰਨੇ ਬਾਰਟ ਲਾ ਲੰਡਨ ਦੇ ਪੜ੍ਹੇ ਹੋਏ ਬੰਦੇ ਸੀ, ਉਹ ਵੀ ਖੂਚ ਪਾਤਾ, ਉਹ ਵੀ ਮਿੱਟੀ ਕਰਤਾ। ਤੁਸੀਂ ਗੱਲਬਾਤ ਕੀਤੀ ਕਿ ਉੱਥੇ ਬਹੁਤ ਜ਼ਿਆਦਾ ਮੰਦਿਰ ਨੇ, ਮਸਜਿਦਾਂ ਨੇ, ਗੁਰੂ ਘਰ ਨੇ, ਪਰ ਇੱਕ ਉੱਥੇ ਇੱਕ 7 ਸਟਾਰ ਇਹਨਾਂ ਦਾ ਜਿਹੜਾ ਹੋਟਲ ਜਾਂ ਦਫ਼ਤਰ ਜਿਹੜਾ ਬਣਿਆ ਹੋਇਆ ਉੱਥੇ ਕਹਿੰਦੇ ਆ ਵੀ ਬੜੀਆਂ ਵੱਡੀਆਂ ਮੀਟਿੰਗਾਂ ਹੁੰਦੀਆਂ ਨੇ, ਪਰ ਉੱਥੇ ਵੀ ਕੋਈ ਉਹਨਾਂ ਸ਼ਿਕਾਇਤ ਨਹੀਂ ਸੁਣੀ ਕਿ ਜਿਹੜੇ ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਧੱਕਾ ਦੇ ਦਿੱਤਾ ਗਿਆ, ਆਪਾਂ ਉਹਦੇ ਘਰਾਂ ਨੂੰ ਜਾਣਾ ਪਿਆ। ਤੁਸੀਂ ਗੱਲ ਕੀਤੀ ਉਹ ਲੈਣ ਕੀ ਗਏ, ਹੋ ਸਕਦਾ ਇੱਥੇ ਰੋਟੀ ਨਾ ਮਿਲਦੀ ਹੋਵੇ। ਇਹ ਗੱਲ ਸਾਫ਼ ਹੈ ਕਿ ਪਿਛਲੇ 73 ਸਾਲ ਤੋਂ ਬਹੁ ਗਿਣਤੀ ਅਖੌਤੀ ਸੋ ਕਾਲਡ ਤਥਾ ਕਥਿਤ ਹਿੰਦੂਆਂ ਨੂੰ ਤੇ ਖਾਸ ਕਰਕੇ ਜਿਹੜੇ ਬਲੋ ਪਾਵਰਟੀ ਲੇਬਰਰ ਲੋਕ ਨੇ, ਮਜ਼ਦੂਰ ਲੋਕ ਨੇ, ਇਹ ਉਹਨਾਂ ਨੂੰ ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਨਹੀਂ ਕਰ ਸਕੇ। ਨੰਬਰ 2, ਹਨੇਰ ਸਾਈਂਦਾ ਹੈ ਇਹ ਕਿ 1 ਅਰਬ 30-35 ਕਰੋੜ ਦੇ ਲਗਭਗ ਸਾਡੇ ਇੰਡੀਆ ਦੀ ਆਬਾਦੀ ਹੈ ਤੇ ਅੱਜ ਦੀ ਡੇਟ 'ਚ ਮੈਂ ਚੈਲੰਜ ਕਰਦਾ ਹਾਂ ਕਿ ਹਰ ਨਾਗਰਿਕ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਨਹੀਂਗਾ। ਬਾਕੀ ਗੱਲਾਂ ਤੁਸੀਂ ਛੱਡ ਦਿਓ। 1 ਅਰਬ 30-35 ਕਰੋੜ ਦੀ ਆਬਾਦੀ ਨੂੰ, ਨਾਗਰਿਕਾਂ ਨੂੰ ਜਿਹੜਾ ਕੁਦਰਤ ਦਾ ਫ੍ਰੀ ਆਫ ਕਾਸਟ ਕੁਦਰਤੀ ਤੋਹਫਾ ਹੈ, ਮੁਫਤ ਤੋਹਫਾ ਹੈ ਪਾਣੀ, ਉਹ ਪਾਣੀ ਵੀ ਸਾਨੂੰ ਸ਼ੁੱਧ ਪੀਣ ਵਾਸਤੇ ਹਰ ਨਾਗਰਿਕ ਨੂੰ ਮੁਹੱਈਆ ਨਹੀਂਗਾ। ਇੱਥੇ ਤਾਂ ਇਹ ਵੀ ਬਹੁਤ ਵੱਡੀ ਚੀਜ਼ ਹੈ ਨਾ, ਤੁਸੀਂ ਤਾਂ ਪਾਣੀ ਦੀ ਗੱਲ ਕੀਤੀ ਹੈ। ਇੱਥੇ ਜਿਹੜੀਆਂ ਆਪਦੇ ਘਰਾਂ ਦੇ ਵਿੱਚ ਰਹਿੰਦੇ ਸਨ, ਇੱਕ ਦੂਸਰੇ ਦੇਸ਼ ਦਾ ਮੁੱਖ ਨੇਤਾ ਜਿਹੜਾ ਉਹ ਇੱਥੇ ਆਉਂਦਾ ਤੇ ਉੱਥੇ ਕੰਧ ਕੱਢ ਦਿੱਤੀ ਜਾਂਦੀ ਹੈ ਕਿ ਜਿਹੜੀ ਸਾਡੀ ਹੈ ਗਰੀਬੀ ਉਹ ਕਿਸੇ ਨੂੰ ਦੇਖ ਨਾ ਸਕੇ। ਇਹਨਾਂ ਦਾ ਵਿਜ਼ਨ ਦੇਖੋ, ਇਹਨਾਂ ਦੀ ਸੋਚ ਦੇਖੋ ਤੁਸੀਂ। ਉਹ ਡੋਨਲਡ ਟਰੰਪ ਦੇ ਨਾਲ ਸੈਂਕੜਿਆਂ ਦੀ ਗਿਣਤੀ 'ਚ ਅਮਰੀਕਨ ਆਏ, ਕੋਈ ਉਹਦੀ ਸਿਕਿਉਰਿਟੀ ਸੀ, ਕੋਈ ਉਹਦੀ IB ਸੀ, ਕੋਈ ਉਹਦੀ FBI ਸੀ, ਕੋਈ ਉਹਦੀ CIA ਸੀ, ਕੋਈ ਉਹਦਾ ਕੁਛ ਸੀ, ਕੋਈ ਉਹਦਾ ਕੁਛ ਸੀ। ਉਹਨਾਂ ਨੂੰ ਕਿਹੜਾ ਚੈੱਕ ਕੀਤਾ ਸੀ, ਉਹਨੂੰ ਸਾਰਾ ਪਤਾ ਲੱਗ ਗਿਆ ਸੀ। ਉਦੋਂ ਪਹਿਲਾਂ, ਸਭ ਤੋਂ ਪਹਿਲਾਂ ਇਹਨੂੰ ਅਵੇਅਰ ਕੀਤਾ, ਜਿਹਨੂੰ ਇਹ ਪੱਪੂ ਕਹਿੰਦੇ ਆ, ਰਾਹੁਲ ਗਾਂਧੀ ਨੇ, ਵੀ ਭਾਈ ਦੁਨੀਆ ਦੇ ਵਿੱਚ ਆਹ ਗੱਲ ਆ ਰਹੀ ਹੈ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੰਡੀਕੇਸ਼ਨ ਦਿੱਤੀ ਹੈ ਤੇ ਤੁਸੀਂ ਬਈ ਆਪ ਦਾ ਇੰਤਜ਼ਾਮਾਤ ਕਰੋ। ਉਹਦਾ ਇਹਨਾਂ ਨੇ ਮਖੌਲ ਉਡਾਇਆ, ਇਹ ਤਾਂ ਪੱਪੂ ਹੈ। ਜਦੋਂ ਉਹ ਬੰਦੇ ਆਏ ਤਾਂ ਉਹ ਜਿੱਥੇ ਵੱਡੇ ਜਿਹੜੇ IAS ਤੇ IPS ਤੇ ਉਹਨਾਂ ਦੇ ਸੰਪਰਕ 'ਚ ਆਏ ਤੇ ਉੱਥੇ ਹੱਥ ਮਿਲਾਏ। ਕਿ ਜਿਹੜੀ ਇਹਨਾਂ ਦੀ ਗਾਇਕਾ ਹੈਗੀ ਸੀਗੀ ਕੋਨਿਕਾ ਕਪੂਰ, ਉਹਨੇ ਨਹੀਂ ਇਹਨਾਂ ਨੂੰ ਦਾਖੂ ਦਾਣੇ ਦਿੱਤੇ, ਜਿਹੜੀ ਉਹ ਬਾਹਰੋਂ ਆਈ ਸੀਗੀ। ਉਹ ਜਿਹਦੇ ਸੰਪਰਕ 'ਚ ਆਈ, ਉਹ ਪੋਲੀਟੀਸ਼ੀਅਨਾਂ ਦੇ ਸੰਪਰਕ 'ਚ ਆਈ ਗਾਇਕਾ, ਉਹ ਜਿੱਥੇ ਗਈ, UP 'ਚ ਗਈ ਤੇ ਉਹਨੇ ਆਪਣੇ ਕੰਸਰਟ ਕੀਤੇ, ਉਹ ਗੀਤ ਸੰਗੀਤ ਦੇ ਪ੍ਰੋਗਰਾਮ ਕੀਤੇ ਤੇ ਉੱਥੇ ਤਾਂ ਦਰਜਨਾਂ, ਉਹਨੇ ਸੈਂਕੜੇ ਫੈਲਾ ਦਿੱਤਾ। ਉਸ ਇਕੱਲੀ ਲੇਡੀ ਨੇ, ਉਸ ਔਰਤ ਨੇ, ਜਿਹੜੀ ਗਾਇਕਾ ਹੈ ਇਹਨਾਂ ਦੀ ਕੋਨਿਕਾ ਕਪੂਰ ਵੱਜਦੀ ਹੈ, ਉਹ ਵੀ ਬਾਹਰੋਂ ਆਈ ਸੀ, ਉਹਨੂੰ ਵੀ ਚੈੱਕ ਨਹੀਂ ਕੀਤਾ। ਇਹ ਉਦੋਂ ਹੀ ਹਵਾਈ ਅੱਡੇ ਸੀਲ ਕਰਦੇ। ਇਹ ਵਾਇਰਸ ਤਾਂ, ਇਹ ਕਰੋਨਾ ਵਾਇਰਸ ਤਾਂ ਬਾਹਰੋਂ ਆਇਆ, ਇਹ ਇੰਡੀਆ ਵਿੱਚੋਂ ਤਾਂ ਪਨਪਿਆ ਨਹੀਂ ਇਹ। ਤੇ ਇਹਨਾਂ ਦਾ ਕੋਈ ਵਿਜ਼ਨ ਹੀ ਹੈ ਨਹੀਂ ਸੀ, ਉਦੋਂ ਹਵਾਈ ਅੱਡੇ ਇਹ ਬੰਦ ਕਰਦੇ। ਤੇ ਜਿਹੜਾ 24/3/2020 ਨੂੰ ਇਹਨਾਂ ਨੇ ਯਕਦਮ ਉਹ ਮਾਰ ਦਿੱਤੇ ਬਹੁ ਗਿਣਤੀ ਹਿੰਦੂ। ਦੁਰਦਸ਼ਾ ਕਿਹਨਾਂ ਦੀ ਹੋਈ ਹੈ? ਬਹੁ ਗਿਣਤੀ ਹਿੰਦੂਆਂ ਦੀ। ਜਿਹੜੀ ਸੜਕ ਕਿਨਾਰੇ ਡਿਲੀਵਰੀ ਹੁੰਦੀ ਹੈ, ਚਿੱਟੇ ਦਿਨ ਕੜਕਦੀ ਧੁੱਪ ਵਿੱਚ ਸੜਕ ਦੇ ਉੱਤੇ ਔਰਤ ਨੂੰ ਬੱਚਾ ਹੁੰਦਾ ਹੈ ਤੇ ਉਹ ਕੁਝ ਸਮੇਂ ਬਾਅਦ ਹੀ, ਘੰਟਾ ਡੇਢ ਘੰਟੇ ਬਾਅਦ ਹੀ, ਉਹ ਨਾੜੂ ਵੀ ਪਤਾ ਨਹੀਂ ਸੁੰਗੜਿਆ ਉਹਦਾ ਕਿ ਨਹੀਂ ਬੱਚੇ ਦਾ, ਉਹ ਬੱਚੇ ਨੂੰ ਛਾਤੀ ਤੇ ਲਾ ਕੇ ਤੇ 160 ਕਿਲੋਮੀਟਰ ਫਿਰ ਤੁਰਦੀ ਹੈ। ਇਹ ਤਾਂ ਥੁੱਕਣ ਦੇ ਵੀ ਕਾਬਿਲ ਨਹੀਂ ਵੀ ਇਹਨਾਂ ਤੇ ਥੁੱਕਿਆ ਜਾਵੇ। ਸਿੱਖਾਂ ਨੂੰ ਛੱਡ ਦਿਓ, ਮੁਸਲਮਾਨਾਂ ਨੂੰ ਨਫ਼ਰਤ ਕਰਦੇ ਆ, ਸਿੱਖਾਂ ਨੂੰ ਨਫ਼ਰਤ ਕਰਦੇ ਆ, ਜੈਨੀਆਂ ਤੇ ਬੋਧੀਆਂ ਨੂੰ ਖਾ ਗਏ, ਹੜੱਪ ਕਰ ਗਏ। ਸਵਾਲ ਇਹ ਹੈ, ਮੈਂ ਦੇਸ਼ ਨੂੰ ਇਹ ਸਵਾਲ ਕਰਦਾ ਹਾਂ ਵੀ ਦੇਸ਼ ਵਾਸੀਓ, ਮੰਨ ਲਓ ਮੋਹਨ ਭਾਗਵਤ ਦਾ ਸਾਰਾ ਕੁਝ ਇੱਥੇ ਮੰਨਿਆ ਗਿਆ, ਹਿੰਦੂ ਰਾਸ਼ਟਰ ਘੋਸ਼ਿਤ ਹੋ ਚੁੱਕਾ ਹੈ 3 ਅਕਤੂਬਰ 2019 ਦਾ। ਫਿਰ ਮੋਹਨ ਭਾਗਵਤ ਨੇ, ਹਿੰਦੂ ਰਾਸ਼ਟਰ ਨੇ, ਹਿੰਦੂ ਰਾਸ਼ਟਰਵਾਦ ਨੇ, ਹਿੰਦੂ ਰਾਸ਼ਟਰਵਾਦ ਦੀਆਂ ਸਰਕਾਰਾਂ ਨੇ, ਜਿੱਥੇ ਵੀ BJP ਦੀ ਜਿਹੜੀ ਸਟੇਟ ਸਰਕਾਰ ਹੈ, ਉਹ ਜਿਹੜੇ ਹੁਣ ਸੜਕਾਂ ਤੇ ਡਿਲੀਵਰੀ ਹੋਈ ਆ, ਉਹ ਔਰਤ ਮੁਸਲਮਾਨ ਨਹੀਂ ਗੀ, ਸਿੱਖਾਂ ਦੀ। ਸਿੱਖ ਤਾਂ ਇੱਕ ਵੀ ਹੈ ਨਹੀਂ। ਅਕਾਲ ਪੁਰਖ ਦੀ ਐਸੀ ਕਿਰਪਾ ਹੈ, ਗੁਰੂ ਸਾਹਿਬਾਂ ਦੀ, ਵੀ ਇਹ ਜਿਹੜੀ ਦੁਰਦਸ਼ਾ ਹੋਈ ਹੈ ਪ੍ਰਵਾਸੀ ਮਜ਼ਦੂਰਾਂ ਦੀ, ਉਹਨਾਂ 'ਚ ਇੱਕ ਵੀ ਪਗੜੀ ਵਾਲਾ ਸਿੱਖ ਹੈ ਨਹੀਂ। ਦੇਖੋ ਜੀ, ਪਹਿਲਾ ਜਿਹੜਾ ਲਾਕਡਾਊਨ ਹੋਇਆ, ਉਸ ਲਾਕਡਾਊਨ 'ਚ ਉਹਨਾਂ ਦੇ ਕੋਲ ਜੋ ਮਾੜਾ ਮੋਟਾ ਉਹਨਾਂ ਦੀਆਂ ਸੇਵਿੰਗਸ ਕਹਿ ਲਓ, ਬੱਚਤਾਂ ਕਹਿ ਲਓ, ਉਹਨਾਂ ਦੀ ਜੇਬ 'ਚ ਮਾੜਾ ਮੋਟਾ ਜਿਹੜੇ ਪੈਸੇ ਸੀਗੇ, ਉਹਨਾਂ 'ਚ ਉਹ ਵਿਚਾਰੇ ਉਹਨਾਂ ਨੇ ਉਹ ਖਰਚ ਕਰਕੇ ਆਪਦਾ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਹੈ। ਮੋਦੀ ਸਾਹਿਬ ਨੇ ਕਿਹਾ ਸੀਗਾ ਇੰਪਲਾਇਰਸ ਨੂੰ, ਜਿਹੜੇ ਭਰਤੀ ਕਰਨ ਵਾਲੇ ਆ ਧਿਰਾਂ ਨੇ, ਫੈਕਟਰੀਆਂ ਵਾਲੇ ਜਾਂ ਦੁਕਾਨਾਂ ਵਾਲੇ ਜਾਂ ਕੋਈ ਵੀ, ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਇਹਨਾਂ ਨੂੰ ਤਨਖਾਹ ਦੇਣੀ ਆ। ਕਿਸੇ ਨੇ ਨਹੀਂ ਦਿੱਤੀ, ਕਿਸੇ ਨੇ, ਕੋਈ ਮੋਦੀ ਨੂੰ ਕੁਝ ਨਹੀਂ ਸਮਝਿਆ।
ਜਿਹੜੇ ਬੰਦਿਆਂ ਨੂੰ ਪੈਸੇ ਦੇ ਕੇ, ਹਜ਼ੂਮ ਨੂੰ ਪੈਸੇ ਦੇ ਕੇ ਖਰੀਦ ਕੇ ਬੰਦੇ ਬਿਠਾ ਕੇ ਮੋਦੀ ਮੋਦੀ ਮੋਦੀ, ਉਹ ਫਿਰ ਹੁਣ ਕਿੱਧਰ ਗਏ? ਫਿਰ ਉਹ ਉਹਨਾਂ ਨੂੰ ਸੰਭਾਲਦੇ। ਜੇ ਮੋਦੀ 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 ਕਹਿਣ ਵਾਲੇ ਤੇ ਮੋਦੀ ਸਰਕਾਰ ਤੇ ਬੀਜੇਪੀ 7 ਸਟਾਰ ਹੈੱਡਕੁਆਟਰ ਵਾਲੇ ਤੇ ਆਰਐਸਐਸ ਨਾਗਪੁਰ, ਫਿਰ ਕਿੱਧਰ ਕੀ ਕੀਤਾ ਉਹਨਾਂ ਨੇ? ਹੁਣ ਇੱਕ ਪਾਸੇ ਤੁਸੀਂ ਇੱਕ ਸਵਾਲ ਗੂਗਲ ਕਰੋ ਵੀ ਵਾਟ ਇਜ਼ ਡੂਇੰਗ ਆਰਐਸਐਸ ਨਾਗਪੁਰ ਐਂਡ 7 ਸਟਾਰ ਸਟੈਂਡਰਡ ਸਟੇਟਸ ਆਫਿਸ ਬੀਜੇਪੀ ਨਿਊ ਦਿੱਲੀ, ਵਾਟ ਦੇ ਆਰ ਡੂਇੰਗ ਫਾਰ ਦਾ ਕਰੋਨਾ ਪੇਸ਼ੈਂਟਸ ਐਂਡ ਅਫੈਕਟਡ ਪਰਸਨਸ। ਤਾਂ ਉਹ ਕਹਿੰਦੇ ਆ ਜੀ ਅਸੀਂ ਜੀ ਮਾਸਕ ਵੰਡ ਰਹੇ ਹਾਂ ਜੀ, ਅਸੀਂ ਸੋਪ ਵੰਡ ਰਹੇ ਹਾਂ ਜੀ, ਸੈਨੀਟਾਈਜ਼ਰ ਵੰਡ ਰਹੇ ਹਾਂ ਜੀ, ਸਾਡੇ ਲੱਖਾਂ ਜਿਹੜੇ ਨਿੱਕਰਾਂ ਵਾਲੇ ਸਾਡੇ ਵਲੰਟੀਅਰ ਨੇ, ਸਾਡਾ ਕਾਡਰ ਹੈ, ਉਹ 10 ਲੱਖ ਨੂੰ ਰੋਟੀ ਉਹਨੇ ਦਿੱਤੀ ਹੈ ਜੀ। ਤੇ ਫਿਰ ਜਾਂ ਤਾਂ ਉਹ ਝੂਠ ਬੋਲਦੇ ਆ ਜਿਹੜੇ ਜਿੰਨੇ ਵੀ ਤੁਹਾਡੇ ਰਵੀਸ਼ ਕੁਮਾਰ ਹੈ, ਅਵਸਾਰ ਸ਼ਰਮਾ ਹੈ, ਜਿਹੜੇ ਜ਼ਮੀਰ ਰੱਖਦੇ ਹੈ ਤੇ ਕਵਰ, ਜਿਹੜਾ ਗੋਦੀ ਮੀਡੀਆ ਉਹ ਤਾਂ ਕਵਰ ਹੀ ਨਹੀਂ ਕਰ ਰਿਹਾ। ਗੋਦੀ ਮੀਡੀਆ ਨੇ ਇਸ ਪ੍ਰਵਾਸੀ ਮਜ਼ਦੂਰਾਂ ਨਾਲ ਜੋ ਦੁਰਦਸ਼ਾ ਹੋਈ ਹੈ ਉਹਨੇ ਕਵਰ ਨਹੀਂ ਕੀਤੀ। ਜੀ ਬਿਲਕੁਲ, ਸਮਾਂ ਵੀ ਘੱਟ ਹੈ, ਪਰ ਇੱਕ ਇੱਥੇ ਵੀ ਸਵਾਲ ਹੈ ਕਿ ਜਿਹੜੇ ਗੱਲ ਕਰਦੇ ਸੀ ਭਾਰਤ ਸਾਡਾ ਦੇਸ਼ ਹੈ, ਇੱਦਾਂ ਦੀਆਂ ਗੱਲ ਹਿੰਦੂ ਰਾਸ਼ਟਰਵਾਦ ਹੈ, ਬੜੀਆਂ ਵੱਡੇ ਗੱਲ ਕਰਦੇ ਤੇ ਵੱਡੇ ਨੇਤਾ ਸਾਨੂੰ ਕੋਈ ਬਾਹਰ ਨਹੀਂ ਆਇਆ। ਜੇਕਰ ਇਸ ਮੁਸੀਬਤ ਦੀ ਘੜੀ ਦੇ ਵਿੱਚ ਬਾਹਰ ਆਇਆ, ਚਾਹੇ ਦਿੱਲੀ ਹੋਵੇ ਤੇ ਚਾਹੇ ਪੰਜਾਬ ਹੋਵੇ, ਚਾਹੇ ਹੋਰ ਕੋਈ ਸੂਬਾ ਹੋਵੇ, ਉੱਥੇ ਸਿੱਖ ਹੀ ਨਜ਼ਰ ਆਇਆ ਹੋਊਗਾ ਜਿਹਨੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੋਊਗਾ, ਲੰਗਰ ਲਾਏ ਨੇ। ਫਿਰ ਉਹ ਚੁੱਪ ਕਿਉਂ? ਸਿੱਖ ਫਿਰ ਕਿਉਂ ਅੱਗੇ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਧੱਕਾ ਹੁੰਦਾ? ਇਹ ਕੁਦਰਤ ਦਾ ਇਨਸਾਫ ਆ। ਕੱਲੇ ਹਿੰਦੁਸਤਾਨ ਨਹੀਂ, ਦੁਨੀਆ ਦਾ ਜਿਹੜਾ SHO ਹੈ, ਦੁਨੀਆ ਦਾ ਜਿਹੜਾ ਸਰਦਾਰ ਹੈ, ਦੁਨੀਆ ਦਾ ਜਿਹੜਾ ਮੁਖੀ ਹੈ USA, ਉਹਦਾ ਜਿਹੜਾ ਸਿਟਿੰਗ ਇਸ ਵੇਲੇ ਮੌਜੂਦਾ ਪ੍ਰਧਾਨ ਹੈ ਡੋਨਲਡ ਟਰੰਪ, ਉਹਨੇ ਸ਼ਰੇਆਮ ਸਟੇਟਮੈਂਟ ਦਿੱਤੀ ਹੈ ਕਿ ਸਿੱਖ ਤੇ ਗੁਰਦੁਆਰੇ ਦੁਨੀਆ ਦੇ ਕੋਨੇ-ਕੋਨੇ ਵਿੱਚ ਹੋਣੇ ਚਾਹੀਦੇ ਹੈ। ਕੈਲੀਫੋਰਨੀਆ 'ਚ USA ਦੇ ਵਿੱਚ ਚਰਚ ਬਹੁਤ ਨੇ ਕਿਉਂਕਿ ਉਹ ਈਸਾਈਆਂ ਦਾ ਮੁਲਕ ਹੈ, ਈਸਾਈ ਬਹੁ ਗਿਣਤੀ ਆ ਉੱਥੇ। ਵੈਸੇ ਵੀ ਦੁਨੀਆ ਭਰ ਵਿੱਚ ਜਿਹੜੀ ਬਹੁ ਗਿਣਤੀ ਧਰਮ ਮੰਨਣ ਵਾਲੇ ਆ ਉਹ ਈਸਾਈ ਨੇ, ਪਰ ਉੱਥੇ ਸਰਕਾਰੀ ਹੈਲੀਕਾਪਟਰ ਨੇ, USA ਦੀ ਕੈਲੀਫੋਰਨੀਆ ਦੀ ਪੁਲਿਸ ਦੇ ਹੈਲੀਕਾਪਟਰ ਨੇ ਗੁਰਦੁਆਰਾ ਸਾਹਿਬ ਉੱਤੇ ਫੁੱਲਾਂ ਦੀ ਵਰਸ਼ਾ ਕੀਤੀ ਹੈ। ਕਿਸੇ ਚਰਚ ਤੇ ਨਹੀਂ ਕੀਤੀ, ਕਿਸੇ ਮਸਜਿਦ ਤੇ ਨਹੀਂ ਕੀਤੀ, ਕਿਤੇ ਮੰਦਿਰ ਤੇ ਨਹੀਂ ਕੀਤੀ। ਇਹਨੂੰ ਕਹਿੰਦੇ ਕੁਦਰਤ ਦਾ ਇਨਸਾਫ, ਇਹਨੂੰ ਕਹਿੰਦੇ ਆ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਉਹੀ ਦਿੱਲੀ ਪੁਲਿਸ ਕਹਿੰਦੀ ਸੀ। ਜੇਕਰ ਗੱਲ ਕਰੀਏ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਹੋ ਸਕਦਾ ਵੀ ਇੱਕ ਸਿੱਖਾਂ ਕੋਲ ਮੌਕਾ ਆਵੇ, ਇੱਕ ਫਿਰ ਤੋਂ ਇੱਕ ਅਲੱਗ ਜਿਹੜੀ ਪਹਿਚਾਣ ਉਹ ਦੁਬਾਰਾ ਫਿਰ ਕਰੋਨਾ ਵਾਇਰਸ 'ਚ ਬਣ ਗਈ। ਜੇਕਰ ਨਹੀਂ ਘਰੇ ਬੈਠੇ ਤਾਂ ਸਿੱਖ ਨਹੀਂ ਬੈਠੇ। ਦੇਖੋ ਜੀ, ਸਿੱਖ ਤਾਂ ਇਟਲੀ ਵਿੱਚ ਸਭ ਤੋਂ ਵੱਡਾ ਘਮਸਾਨ ਮੱਚਿਆ। ਅੱਜ ਇਟਲੀ ਵਾਸੀ, ਤੁਸੀਂ ਗੂਗਲ ਸਰਚ ਕਰੋ, ਉਹ ਸਿੱਖ ਨੌਜਵਾਨ ਮੁੰਡੇ ਪਗੜੀਧਾਰੀ, ਉਹਨਾਂ ਦੀ ਪੂਜਾ ਕਰ ਰਹੇ ਨੇ। ਉਹ ਇਟਲੀ ਵਾਲੇ, ਸਪੇਨ ਉਹ ਘਰਾਂ 'ਚ ਜਾ ਕੇ ਉਹਨਾਂ ਨੇ ਗੋਰਿਆਂ ਨੂੰ ਜਿਹੜਾ ਹੈਗਾ ਉਹ ਹੈਲਪ ਕੀਤਾ ਹੈ। ਘਰਾਂ 'ਚ ਜਾ ਕੇ ਘਰਾਂ 'ਚ ਜਾ ਕੇ ਉਹਨਾਂ ਨੇ, ਨੌਜਵਾਨਾਂ ਨੇ ਪਰਵਾਹ ਨਹੀਂ ਮੰਨੀ ਵੀ ਸਾਨੂੰ ਵੀ। ਦੇਖੋ, ਇਹ ਗੁਜਰਾਤ ਮਾਡਲ, ਗੁਜਰਾਤ ਮਾਲਟ, ਅਹਿਮਦਾਬਾਦ ਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਮਾਸਕ ਹੈ ਨਹੀਂ, PPE ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਕਿੱਟਾਂ ਹੈ ਨਹੀਂ। ਡਾਕਟਰ ਬਾਹਰ ਧਰਨੇ ਦੇ ਬੈਠੇ ਆ, ਨਰਸਾਂ ਨੂੰ ਵਾਇਰਸ ਹੋ ਗਿਆ, ਇਹ ਡਾਕਟਰਾਂ ਨੂੰ ਵਾਇਰਸ ਹੋ ਗਿਆ, ਇਹ ਪੁਲਿਸ ਵਾਲਿਆਂ ਨੂੰ ਵਾਇਰਸ ਹੋ ਗਿਆ, ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵਾਇਰਸ ਹੋ ਗਿਆ। ਕੋਈ ਇੰਤਜ਼ਾਮਾਤ ਨਹੀਂ। ਇੰਤਜ਼ਾਮਾਤ ਇਹ ਆ ਵੀ ਕਹਿੰਦਾ ਨਾ ਮੈਂ ਖਾਊਂਗਾ ਤੇ ਨਾ ਮੈਂ ਖਾਣ ਦਿਆਂਗਾ। ਉਹਦੇ ਗੁਜਰਾਤ ਦੇ ਵਿੱਚ ਜਿਹੜੇ ਜਾਲੀ ਵੈਂਟੀਲੇਟਰ ਜਿਹੜੇ ਆ ਉਹ ਕਰੋੜਾਂ ਰੁਪਈਆਂ ਦੇ ਖਰੀਦ ਲਏ ਗਏ, ਜਿਹੜੇ ਵੈਂਟੀਲੇਟਰ ਹੈ ਹੀ ਨਹੀਂ। ਉਸ ਇਸ ਵੇਲੇ ਜ਼ਿਆਦਾ ਮੁੱਖ ਮੰਤਰੀ ਕੌਣ ਹੈ? ਇਹਦਾ ਬੰਦਾ, ਮੋਦੀ ਦਾ ਬੰਦਾ ਹੈ। ਸਵਾਲ ਇਹ ਆ ਬਈ ਸੜਕ ਕਿਨਾਰੇ ਡਿਲੀਵਰੀ ਕੌਣ ਕਰ ਰਹੇ ਨੇ? ਹਿੰਦੂ। ਬੱਚਾ ਮੁੱਦਾ ਪਿਆ ਹੋਇਆ ਟੈਚੀ ਕੇਸ ਤੇ ਖਿੱਚ ਰਹੇ, ਉਹ ਕੌਣ ਹੈ? ਹਿੰਦੂ। ਮੁਜ਼ੱਫਰਪੁਰ ਰੇਲਵੇ ਸਟੇਸ਼ਨ ਤੇ ਔਰਤ ਮਰੀ ਪਈ ਆ, ਨਿੱਕਾ ਜਿਹਾ ਬੱਚਾ, ਉਹਦਾ ਉਹਨਾਂ ਨੇ ਕਫਨ ਵਾਂਗੂ ਚਾਦਰ ਕਦੀ ਲਾ ਲੈਂਦਾ ਤੇ ਕਦੀ ਉਹਨੂੰ ਵੀ ਮੇਰੀ ਮਾਂ ਉੱਠੇ। ਇੱਕ ਲੇਡੀ, ਉਹਨੂੰ ਖਾਣਾ ਨਹੀਂ ਮਿਲਿਆ, ਉਹਨੂੰ ਪਾਣੀ ਨਹੀਂ ਮਿਲਿਆ, ਉਹ ਰੇਲ ਡੱਬੇ ਦੇ ਵਿੱਚ ਹੀ ਮਰ ਗਈ ਹੈ। ਇੱਕ 3 ਸਾਲ ਦਾ ਬੱਚਾ, ਉਹਨੂੰ ਪਾਣੀ ਨਹੀਂ ਮਿਲਿਆ, ਡੀਹਾਈਡਰੇਸ਼ਨ ਹੋ ਗਈ, ਉਹ ਡੱਬੇ ਦੇ ਵਿੱਚ ਮਰ ਗਿਆ, ਉਹ ਵੀ ਹਿੰਦੂ ਹੈ। ਫਿਰ ਤੁਸੀਂ ਪਾਕਿਸਤਾਨ ਵਾਂਗ ਹਿੰਦੂ ਰਾਸ਼ਟਰ ਤੁਸੀਂ ਘੋਸ਼ਿਤ ਕਰਤਾ ਹੈ 3 ਅਕਤੂਬਰ 2019 ਦਾ। ਆ ਤੁਹਾਡਾ ਇਮਤਿਹਾਨ ਤਾਂ ਹੁਣੇ ਹੋ ਗਿਆ ਵੀ ਤੁਸੀਂ ਹਿੰਦੂਆਂ ਦੇ ਕਿੰਨੇ ਕੁ ਹੇਜਲੇ ਹੋ। ਨਾਗਪੁਰ ਕਿੱਥੇ ਹੈ? ਇਹ ਡੰਡ ਮਾਰਚ ਕਰਨ ਵਾਲੇ ਤੇ ਸ਼ਸਤਰ ਪੂਜਾ ਕਰਨ ਵਾਲੇ ਤੇ ਤਿਲਕ ਲਗਾ ਕੇ ਤੇ ਮੋਹਨ ਭਾਗਵਤ ਜੀ ਤੇ ਦੁਨੀਆ ਦੀ ਸਭ ਤੋਂ ਵੱਡੀ NGO ਤੇ ਕਰੋੜਾਂ ਇਹਨਾਂ ਦਾ ਕਾਡਰ ਹੈ, ਤੇ ਕਿੱਥੇ ਫਿਰ ਕੀ ਕਰਦੇ ਆ? ਜੇ ਇਹ ਕਰਦੇ ਸੀ ਤੇ ਫਿਰ ਇਹ ਲੋਕ ਦਿੱਲੀ ਤੋਂ
ਤੇ ਮਹਾਰਾਸ਼ਟਰ ਤੋਂ ਤੇ ਬਾਂਦਰਾ ਰੇਲਵੇ ਸਟੇਸ਼ਨ ਤੋਂ ਛਤਰਪਤੀ ਸ਼ਿਵਾਜੀ ਟਰਮੀਨਲ ਤੋਂ ਲੱਖਾਂ ਦੀ ਗਿਣਤੀ 'ਚ ਸੈਂਕੜਿਆਂ ਦੀ ਗਿਣਤੀ 'ਚ ਘਰਾਂ ਬਾਹਰ ਕਿਉਂ ਆਏ ਤੇ ਕਿਉਂ ਆਪਦੇ ਘਰਾਂ ਨੂੰ ਜਾ ਰਹੇ ਗਏ? ਕਿਉਂ ਕੁੱਤੇ ਦੀ ਮੌਤ ਮਰੇ? ਟਰੱਕ ਦੇ ਵਿੱਚ 24 ਬੰਦੇ ਮਰ ਗਏ। ਉਹਦੇ 'ਚ ਸਫੈਦ ਪਾਊਡਰ ਕੋਈ ਲੱਦਿਆ ਹੋਇਆ ਸੀਗਾ, ਉਹ ਉਲਟ ਗਿਆ। ਉਹ ਸਫੈਦ ਪਾਊਡਰ ਹਟਾ ਕੇ ਉਹ ਥੱਲੇ ਦਮ ਘੁੱਟ ਕੇ ਹੀ ਮਰ ਗਏ 24, ਉਹ ਵੀ ਹਿੰਦੂ। ਰੇਲ ਗੱਡੀ ਕੁੱਲ ਮਿਲਾ ਕੇ ਸਭ ਤੋਂ ਜ਼ਿਆਦਾ ਧੱਕਾ ਜੇਕਰ ਹੋਇਆ ਕਰੋਨਾ ਦੇ ਵਿੱਚ ਹਿੰਦੂਆਂ ਨਾਲ ਹੋਇਆ। ਤੁਸੀਂ 2 ਮਿੰਟ ਮੈਨੂੰ ਦਿਓ ਜੀ। ਜਿਹੜਾ ਔਰੰਗਾਬਾਦ ਰੇਲ ਟਰੈਕ ਤੇ ਮਾਲ ਗੱਡੀ ਨੇ ਕੱਟ ਕੇ ਮਾਰਤੇ 14, ਉਹ ਕੌਣ ਸਨ? ਸਿੱਖ ਤੇ ਨਹੀਂ ਸੀਗੇ, ਜੈਨੀ ਬੋਧੀ ਵੀ ਨਹੀਂ ਸੀ, ਮੁਸਲਮਾਨ ਵੀ ਨਹੀਂ ਸੀਗੇ। ਇਹ ਕੁਦਰਤ ਨੇ ਦਿਖਾਇਆ ਹੈ ਦੇਸ਼ ਨੂੰ ਤੇ ਖਾਸ ਕਰਕੇ ਹਿੰਦੂਆਂ ਨੂੰ। ਇਹ ਕਹੀ ਜਾਂਦੀ ਹੈ ਹਮਾਰੀ ਮਹਾਨ ਹਿੰਦੂ ਸੰਸਕ੍ਰਿਤੀ, ਹਮਾਰਾ ਹਿੰਦੂ ਰਾਸ਼ਟਰ। ਇਹ ਭਾਈ ਤੁਸੀਂ ਕਿੱਥੋਂ ਲੈ ਕੇ ਆਏ ਹੋ ਤੇ ਕਿਉਂ ਹੋਣਾ ਚਾਹੀਦਾ ਤੇ ਇਹਦੀ ਕੀ ਲੋੜ ਹੈ? ਤੁਹਾਡਾ ਹਿੰਦੂ ਰਾਸ਼ਟਰ ਹੈ ਇਸ ਵੇਲੇ, ਤੁਹਾਡੇ ਹਿੰਦੂ ਹੀ ਰੁਲ ਗਏ ਸੜਕਾਂ ਤੇ। ਤੁਹਾਨੂੰ ਮੈਂ ਕੀ ਕੋਈ ਦੱਸਾਂ ਹੁਣ ਵੀ ਕੜਕਦੀ ਧੁੱਪ 'ਚ ਸ਼ਮਿਆਨੇ ਉੱਤੇ ਹੈ ਨਹੀਂ, ਆਖਿਆ ਜੀ ਰਜਿਸਟ੍ਰੇਸ਼ਨ ਕਰਨੀ ਆ, ਲਾਈਨਾਂ ਲੱਗ ਗਈਆਂ ਵਿਚਾਰਿਆਂ ਦੀਆਂ। ਤੇ ਜਦੋਂ ਉਹਦਾ ਨੰਬਰ ਆਇਆ, ਅਖੇ ਗੱਡੀ ਤਾਂ ਭਰ ਗਈ ਜੀ, ਮੁੱਕ ਗਈ, ਕੱਲ ਨੂੰ ਆਇਓ। ਇਸ ਰਜਿਸਟ੍ਰੇਸ਼ਨ ਦੀ ਕੀ ਲੋੜ ਸੀ? ਤੁਸੀਂ ਰੇਲ ਗੱਡੀਆਂ ਵੱਧ ਤੋਂ ਵੱਧ ਲਾ ਦਿਓ ਤੇ ਅਨਾਉਂਸਮੈਂਟ ਕਰਾ ਦਿਓ ਜੀ ਵੀ ਜਿਹਨੇ ਜਿੱਥੇ ਜਾਣਾ ਭਾਈ ਅਖੜੀਆਂ ਫ੍ਰੀ ਆਫ ਕਾਸਟ ਹੈ। ਤੁਸੀਂ 7 ਸਟਾਰ ਕਾਸਟ ਦੀ ਗੱਲ ਕੀਤੀ, ਡਬਲ ਕਿਰਾਏ ਲੈ ਗਏ 3 ਗੁਣਾ। ਉਹ ਵਿਚਾਰੇ ਟਰੱਕਾਂ ਦੇ 10 ਬਲੈਕਮੇਲ ਹੋਏ ਨੇ। ਇਹ ਜਿਹੜੇ ਮੈਂ ਖੁਦ ਬਲੈਕਮੇਲ ਹੋਇਆ। 240 ਰੁਪਏ ਦੀ 10 ਕਿਲੋ ਦੀ ਆਟੇ ਦੀ ਥੈਲੀ ਮੈਨੂੰ 300 ਰੁਪਏ ਦੀ ਦਿੱਤੀ। ਮੈਂ ਕਿਹਾ ਯਾਰ ਇਹ ਤਾਂ 240 ਦੀ ਆਉਂਦੀ ਹੈ। ਕਹਿੰਦਾ ਜੀ ਪਿੱਛੋਂ ਹੀ ਨਹੀਂ ਆ ਰਿਹਾ ਸੀ, ਕੀ ਕਰੀਏ, ਸੌਂ ਤਾਂ ਮਹਿੰਗਾ। ਇੱਥੇ ਵੀ ਹੱਥ ਰੰਗ ਰਹੇ ਨੇ ਇਹ ਬਿਜ਼ਨਸਮੈਨ, ਹੱਟੀਆਂ ਵਾਲੇ, ਦੁਕਾਨਾਂ ਵਾਲੇ। ਇਹ ਕਰੋਨਾ ਤੋਂ ਨਹੀਂ ਡਰ ਰਹੇ ਵੀ ਪਤਾ ਨਹੀਂ ਕਿਹਨੇ ਮਰ ਜਾਣਾ ਕਦੋਂ। ਲੋਕ ਮਰ ਰਹੇ ਨੇ, ਸਾਰੀ ਦੁਨੀਆ 'ਚ ਮਹਾਮਾਰੀ ਫੈਲੀ ਹੋਈ ਹੈ, ਇਹ ਪੈਸਾ ਬਣਾ ਰਹੇ ਨੇ ਜੀ। ਬਿਲਕੁਲ, ਇਹ ਸਨ ਸਵਰਨਜੀਤ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਜਦੋਂ ਕਰੋਨਾ ਵਾਇਰਸ ਆਉਂਦਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਧੱਕਾ ਹੁੰਦਾ ਹੈ ਉਹ ਹਿੰਦੂ ਧਰਮ ਰਿਲੇਟਡ ਲੋਕਾਂ ਨਾਲ ਹੁੰਦਾ ਹੈ। ਉਹ ਗੱਲ ਕਰਦੇ ਨੇ ਹਿੰਦੂ ਰਾਸ਼ਟਰ ਦੀ, ਤੇ ਪਰ ਆਪਦੇ ਜਿਹੜੇ ਉਹ ਲੋਕ ਸਨ ਉਹਨਾਂ ਨੂੰ ਉਹ ਸਾਂਭਿਆ ਨਹੀਂ ਗਿਆ, ਜਿਹੜਾ ਇਹਨਾਂ ਦੇ ਪਿੱਛੇ ਇਹਨਾਂ ਦੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਸਨ। ਇਹ ਵਿਚਾਰਾਂ ਜਿਹੜੀਆਂ ਸਨ ਇਹ ਸਵਰਨਜੀਤ ਦੀਆਂ ਸਨ। ਅਕਾਲ ਚੈਨਲ ਵੱਲੋਂ ਜਿਹੜੀ ਇਹ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ, ਸਾਡੀਆਂ ਕੋਈ ਆਪਦੀਆਂ ਭਾਵਨਾਵਾਂ ਨਹੀਂ ਹੁੰਦੀਆਂ। ਜੋ ਚੈਨਲ ਦੇ ਸਾਹਮਣੇ, ਕੈਮਰੇ ਦੇ ਸਾਹਮਣੇ ਬੋਲਣਾ ਚਾਹੁੰਦਾ ਹੁੰਦਾ ਹੈ, ਅਸੀਂ ਕੋਈ ਵੀ ਹੋਵੇ, ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ, ਅਸੀਂ ਉਸ ਨੂੰ ਕੈਮਰੇ ਤੋਂ ਪਰੋਖੇ ਨਹੀਂ ਕਰਦੇ। ਉਸ ਨੂੰ ਬਰਾਬਰ ਰੱਖ ਕੇ ਉਸ ਦੀ ਜਿਹੜੀ ਉਹ ਵੀਡੀਓ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ, ਵਿਚਾਰ ਕਰਨੀ ਚਾਹੁੰਦੇ ਹੁੰਦੇ ਆ। ਪਰ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ ਕਿੱਥੋਂ ਤੱਕ ਸਹਿਮਤ ਆ ਜਾਂ ਨਹੀਂ ਸਹਿਮਤ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।